Good morning students. ਅੱਜ ਦਾ ਜਿਹੜਾ ਟੌਪਿਕ ਹੈ that is it is constitution of legislature in states. ਅਸੀਂ ਪਿਛਲੇ ਲੈਕਚਰ ਦੇ ਵਿੱਚ ਜਿਹੜਾ ਹੈ ਅਸੀਂ ਇਨ ਯੂਨੀਅਨ ਦੇ ਵਿੱਚ ਕੀਤਾ ਸੀਗਾ, ਵਿੱਚ ਲੋਅਰ ਹਾਊਸ ਦੀ ਗੱਲ ਹੋਈ ਸੀ, ਰਾਜ ਸਭਾ ਦੀ ਗੱਲ ਹੋਈ ਸੀ, ਲੋਕ ਸਭਾ ਦੀ ਗੱਲ ਹੋਈ ਸੀ। ਫਿਰ ਅਸੀਂ ਉਹਦੇ ਵਿੱਚ ਸਾਰਾ ਕੀਤਾ ਕਿ ਕਾਉਂਸਲ ਆਫ ਮਿਨਿਸਟਰਸ ਜਿਹੜੇ ਨੇ ਉਹ ਕਿੰਨੇ ਨੇ। ਅਤੇ ਸੋ ਅੱਜ ਦਾ ਜਿਹੜਾ ਲੈਕਚਰ ਹੈ ਉਹਦੇ ਵਿੱਚ ਅਸੀਂ ਇਹ ਕਰਾਂਗੇ ਕੌਨਸਟੀਟਿਊਸ਼ਨ ਆਫ ਲੈਜਿਸਲੇਚਰ ਇਨ ਸਟੇਟਸ ਦੇ ਵਿੱਚ ਅਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਲੈ ਕੇ ਚੱਲਦੇ ਹਾਂ। ਸਟੇਟਸ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਵੀ ਤਕਰੀਬਨ ਉਹੀ ਸੇਮ ਲਾਈਨਸ 'ਤੇ ਹੀ ਚੱਲਦਾ, ਜਿਵੇਂ ਕਿ ਆਪਾਂ ਇੱਕ ਸੈਂਟਰ ਲੈਵਲ 'ਤੇ ਦੇਖਦੇ ਹਾਂ। ਟਰਮੀਨੋਲੋਜੀ ਦਾ ਜੋ ਪੋਸਟਸ ਦੇ ਨਾਮ ਦਾ ਫਰਕ ਹੋਏਗਾ, ਅਦਰਵਾਈਜ਼ ਜੋ ਫੰਕਸ਼ਨਸ ਯੂਨੀਅਨ ਲੈਵਲ 'ਤੇ ਹੁੰਦੇ ਨੇ ਸੈਂਟਰਲ ਲੈਵਲ 'ਤੇ, ਉਹੀ ਫੰਕਸ਼ਨਸ ਜਿਹੜੇ ਨੇ ਤੁਸੀਂ ਇੱਥੇ ਸਟੇਟ ਲੈਵਲ 'ਤੇ ਨੂੰ ਲੈਣ ਦਿਓ। ਸੋ ਲੈਟਸ ਸਟਾਰਟ। ਇਹਦੇ 'ਚ ਹੈ Constitution of Legislatures in States. For every state there shall be legislature which shall consist of the governor, and in the states of Andhra Pradesh, Bihar, Madhya Pradesh, Maharashtra, Karnataka, Tamil Nadu, Telangana and Uttar Pradesh having 2 houses. Where there are 2 houses of legislature of a state, one shall be known as the Legislative Council and the other shall be known as the Legislative Assembly. So ਜਿੱਥੇ 2 ਹਾਊਸ ਨੇ ਉੱਥੇ ਅਸੀਂ ਇੱਕ ਨੂੰ ਕਵਾਂਗੇ ਲੈਜਿਸਲੇਟਿਵ, ਇਹਦੇ ਵਿੱਚ ਲੈਜਿਸਲੇਟਿਵ ਕਾਉਂਸਲ and the other is known as the Legislative Assembly. And where there is only one house it shall be known as Legislative Assembly. So ਇਹਦੇ 'ਚ ਨਾਮ ਅਲੱਗ-ਅਲੱਗ ਆ ਜਾਣਗੇ। ਇਸੇ ਤਰ੍ਹਾਂ the Legislative Assembly of each state shall consist of not more than 500 and not less than 60 members chosen by direct election. ਸੋ ਇਹਦੇ ਵਿੱਚ ਵੀ ਲਿਮਿਟ ਹੈ ਕਿ 500 ਤੋਂ ਉੱਪਰ ਨਹੀਂ ਹੋਣੇ ਚਾਹੀਦੇ ਐਂਡ ਨਾਟ ਲੈਸ ਦੈਨ 60 ਮੈਂਬਰਸ। 60 ਮੈਂਬਰਸ ਤੋਂ ਥੱਲੇ ਨਹੀਂ ਹੋਣਾ ਚਾਹੀਦਾ, 60 ਮੈਂਬਰਸ ਜਿਹੜੇ ਹੈ ਉਸ ਤੋਂ ਉੱਪਰ ਜਾਣਾ ਚਾਹੀਦਾ ਫਿਗਰ, ਔਰ 500 ਮੈਂਬਰਸ ਤੋਂ ਨੀਚੇ ਜਾਣਾ ਚਾਹੀਦਾ। ਸੋ ਜਿਹੜੇ ਕਿ ਡਾਇਰੈਕਟ ਇਲੈਕਸ਼ਨ ਦੇ ਨਾਲ ਆਉਣਗੇ ਫਰਮ ਟੈਰੀਟੋਰੀਅਲ ਕੌਂਸਟੀਚੁਐਂਸੀਜ਼ ਇਨ ਦ ਸਟੇਟ। The total number of members in the Legislative Council of a state having such a council shall not exceed 1/3 of the total number of members in the Legislative Assembly of that state. जो Legislative Council ਦਾ ਕਾਊਂਟ ਹੈ ਉਹ ਇਹਦੇ 'ਤੇ ਡਿਪੈਂਡ ਕਰਦਾ ਹੈ ਕਿ ਜਿੰਨਾ ਟੋਟਲ ਮੈਂਬਰਸ ਜਿਹੜੇ ਲੈਜਿਸਲੇਟਿਵ ਅਸੈਂਬਲੀ ਵਿੱਚ ਹੈਗੇ ਨੇ ਉਹਦਾ 1/3 ਲੈ ਕੇ ਉਹ ਜਿਹੜਾ ਟੋਟਲ ਨੰਬਰ ਬਣੇਗਾ ਉਹ ਲੈਜਿਸਲੇਟਿਵ ਕਾਉਂਸਲ ਦੀ ਸਟਰੈਂਥ ਬਣੇਗੀ। The total number of members in the Legislative Council of a state shall in no case be less than 40. ਬਟ ਇਹਦੇ ਵਿੱਚ ਉਹਨਾਂ ਨੇ ਇੱਕ ਮਿਨੀਮਮ ਲਿਮਿਟ ਰੱਖਤੀ ਕਿ 40 ਤੋਂ ਅਬਵ ਹੋਣੇ ਚਾਹੀਦੇ, 40 ਤੋਂ ਬਿਲੋ ਨਹੀਂ ਹੋਣੇ ਚਾਹੀਦੇ। ਅਤੇ ਪਿੱਛੇ ਵੀ ਅਸੀਂ ਇਹਦੀ ਲਿਮਿਟਸ ਲਰਨ ਕੀਤੀਆਂ ਸੀਗੀਆਂ। ਸੋ ਉਹ ਉਹਦੇ ਅਕੋਰਡਿੰਗ ਨਹੀਂ, ਸੈਂਟਰਲ ਲੈਵਲ 'ਤੇ ਇਹ ਸਟੇਟ ਦੇ ਅਕੋਰਡਿੰਗ ਹੈ। ਲੈਜਿਸਲੇਟਿਵ ਅਸੈਂਬਲੀ ਆਫ ਐਵਰੀ ਸਟੇਟ ਅਨਲੈਸ ਸੂਨਰ dissolved shall continue for 5 years from the date appointed for its first meeting. ਸੋ ਇਹਦੀ ਜਿਹੜੀ ਟੈਨਿਓਰ ਹੈ ਉਹ ਵੀ ਇਹਨਾਂ ਨੇ ਦੱਸ ਦਿੱਤੀ ਕਿ ਇਹ 5 years ਜਿਹੜੀ ਹੈ ਟੈਨਿਓਰ ਦੀ ਰਹੇਗੀ from the date appointed for its first meeting and no longer, and the expiration of the said period of 5 years shall operate as a dissolution of the assembly. The Legislative Council of a state shall not be subject to dissolution, but as nearly as possible 1/3 of the members thereof shall retire as soon as may be on the expiration of every second year in accordance with the provisions made in that behalf by Parliament by law. ਸੋ ਇਹਦੇ ਵਿੱਚ ਹੈ ਕਿ 1/3 ਆਫ ਦੀ ਮੈਂਬਰਸ ਜਿਹੜੇ ਨੇ ਉਹ ਹਰ ਦੂਜੇ ਸਾਲ ਰਿਟਾਇਰ ਹੋਣਗੇ, ਔਰ ਅਦਰਵਾਈਜ਼ ਇਹਦਾ ਜਿਹੜਾ ਡਿਊਰੇਸ਼ਨ ਹੈ ਉਹ 5 years ਹੋਏਗਾ ਫਰੋਮ ਦ ਡੇਟ ਅਪੋਇੰਟਡ ਫॉर ਇਟ ਫਸਟ ਮੀਟਿੰਗ। ਉਸ ਤੋਂ ਬਾਅਦ ਮਤਲਬ ਇਹਦੇ 'ਚ ਅਸੀਂ ਬੇਸਿਕਲੀ ਅਸੀਂ ਟੈਨਿਓਰਸ ਦੀ ਗੱਲ ਕੀਤੀ ਔਰ ਨੰਬਰ ਆਫ ਮੈਂਬਰਸ ਦੀ ਅਸੀਂ ਗੱਲ ਕੀਤੀ, ਔਰ ਇਹਦੇ ਵਿੱਚ ਇਹੀ ਕਿ ਬਈ ਇਹਦੇ ਵਿੱਚ ਗਵਰਨਰ ਵੀ ਹੋਏਗਾ, ਔਰ ਜਿੱਥੇ 2 ਹਾਊਸਿਸ ਨੇ ਉੱਥੇ ਇੱਕ ਹਾਊਸ ਦਾ ਨਾਮ ਲੈਜਿਸਲੇਟਿਵ ਕਾਉਂਸਲ, ਦੂਸਰੇ ਦਾ ਲੈਜਿਸਲੇਟਿਵ ਅਸੈਂਬਲੀ, ਜਿਵੇਂ ਅਸੀਂ ਰਾਜ ਸਭਾ ਅਤੇ ਲੋਕ ਸਭਾ ਦੀ ਗੱਲ ਕਰਦੇ ਹਾਂ, ਅਤੇ ਜਿੱਥੇ ਇੱਕੋ ਹੈ ਤਾਂ ਉੱਥੇ ਲੈਜਿਸਲੇਟਿਵ ਅਸੈਂਬਲੀ ਹੋਏਗੀ। ਔਰ ਉਹਦੇ ਵਿੱਚ ਵੀ ਉਹਨਾਂ ਨੇ ਮੈਂਬਰਸ ਦੱਸ ਦਿੱਤੇ ਕਿ 500 ਤੋਂ ਘੱਟ ਹੋਣੇ ਚਾਹੀਦੇ ਹੈ, ਨਾਟ ਮੋਰ ਦੈਨ, ਮੈਕਸਿਮਮ ਲਿਮਿਟ ਹੋ ਗਿਆ, ਅਤੇ 60 ਤੋਂ ਜ਼ਿਆਦਾ ਹੋਣੇ ਚਾਹੀਦੇ ਹੈ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ। ਅਤੇ ਜਿਹੜਾ ਲੈਜਿਸਲੇਟਿਵ ਕਾਉਂਸਲ ਹੈ ਉਹਦਾ ਨੰਬਰ ਜਿਹੜਾ ਉਹ ਡਿਪੈਂਡ ਕਰੇਗਾ ਲੈਜਿਸਲੇਟਿਵ ਅਸੈਂਬਲੀ ਦੀ ਸਟਰੈਂਥ ਦੇ ਉੱਪਰ ਕਿ ਉਹਦਾ 1/3 ਹੋਏਗਾ। ਬਟ ਉਹਦੇ 'ਚ ਫਿਰ ਇੱਕ ਲਿਮਿਟ ਲਗਾਤਾ ਕਿ ਉਹ ਥੱਲੇ ਜਾਂਦਾ 40 ਤੋਂ ਥੱਲੇ ਨਹੀਂ ਜਾਏਗਾ, ਐਟਲੀਸਟ 40 ਮੈਂਬਰਸ ਹੋਣੇ ਚਾਹੀਦੇ ਉਹਦੇ। ਦੈਨ ਵੀ ਕਮ ਓਵਰ ਟੂ ਗਵਰਨਰ। ਜਿਵੇਂ ਸੈਂਟਰਲ ਲੈਵਲ 'ਤੇ ਪ੍ਰੈਜ਼ੀਡੈਂਟ ਹੁੰਦਾ, ਸਟੇਟ ਲੈਵਲ 'ਤੇ ਅਸੀਂ ਗਵਰਨਰ ਦੀ ਗੱਲ ਕਰਦੇ ਹਾਂ।
ਇਹਦੇ 'ਚ ਹੈ ਦੀ executive power of the state is vested in the governor and all executive action of the state has to be taken in the name of the governor. Normally there shall be governor for each state but the same person can be appointed as governor for two or more states. So एक different चीज़ आ गई कि ਜਿਹੜਾ ਗਵਰਨਰ ਦੀ ਪੋਸਟ ਹੈ ਉਹ ਨੋਰਮਲੀ ਵੈਸੇ ਤਾਂ ਇੱਕ ਸਟੇਟ ਲਈ ਹੁੰਦੀ ਹੈ ਲੇਕਿਨ ਕਿਤੇ ਕਿਤੇ ਇੱਕ ਜਾਂ ਪਰਸਨ ਹੈ ਉਹ ਗਵਰਨਰ ਦੀ ਪੋਸਟ 'ਤੇ ਫॉर ਮੋਰ ਦੈਨ 2 ਸਟੇਟਸ 'ਤੇ ਵੀ ਹੋ ਸਕਦਾ ਹੈ. ਦ ਗਵਰਨਰ ਆਫ ਅ ਸਟੇਟ ਇਜ਼ ਨਾਟ ਇਲੈਕਟਿਡ, ਹੀ ਇਜ਼ ਅਪੋਇੰਟਡ ਬਾਈ ਦੀ ਪ੍ਰੈਜ਼ੀਡੈਂਟ ਐਂਡ ਹੋਲਡਸ ਹਿਜ਼ ਆਫਿਸ ਐਟ ਦੀ ਪਲੇਜ਼ਰ ਆਫ ਦੀ ਪ੍ਰੈਜ਼ੀਡੈਂਟ. ਸੋ ਇਹ ਦੀ ਮੋਡ ਆਫ ਅਪੋਇੰਟਮੈਂਟ ਹੋਗੀ ਕਿ ਉਹ ਇਲੈਕਸ਼ਨ ਦੇ ਥਰੂ ਨਹੀਂ ਆਉਂਦਾ, ਉਹਨੂੰ ਪ੍ਰੈਜ਼ੀਡੈਂਟ ਅਪੋਇੰਟ ਕਰਦੇ ਹੈ ਔਰ ਉਹਦੀ ਡਿਊਰੇਸ਼ਨ ਹੈ ਵੀ ਕਿੰਨੀ ਦੇਰ ਲਈ ਉਹਨਾਂ ਨੇ ਆਫਿਸ ਸੰਭਾਲਣਾ ਹੈ ਉਹ ਵੀ ਪ੍ਰੈਜ਼ੀਡੈਂਟ ਦੇ ਹਿਸਾਬ ਨਾਲ ਹੀ ਹੈ. The head of the executive power to a state is the governor, just as president to the union. So this line is very important. The head of the executive power to a state is the governor. So ਉਹ signatory authority ਹੈ, ਉਹਦੇ signatures ਦੇ ਵਿੱਚ ਹੀ ਜਿਹੜੇ ਨੇ laws ਵਗੈਰਾ ਪਾਸ ਹੁੰਦੇ ਨੇ. ਸੋ ਔਰ ਜਿਵੇਂ ਕਿ president ਜਿਹੜਾ ਹੈ ਉਹ union ਵਾਸਤੇ ਹੈ. The governor possesses executive, legislation and judicial powers as the president except that he has no diplomate or military powers like the president. So president ਦੇ ਕੋਲ ਸੈਂਟਰਲ ਲੈਵਲ ਤੇ ਕੁਝ ਐਕਸਟਰਾ ਪਾਵਰਸ ਹੁੰਦੇ ਨੇ ਲੇਕਿਨ ਗਵਰਨਰ ਦੇ ਕੋਲ ਬਾਕੀ ਪਾਵਰਸ ਤਾਂ ਹੋਣਗੇ ਲੇਕਿਨ ਜਿਵੇਂ ਡਿਪਲੋਮੈਟ ਐਜ਼ ਅ ਡਿਪਲੋਮੇਟ ਔਰ ਐਜ਼ ਮਿਲਟਰੀ ਪਾਵਰਸ ਜਿਹੜੇ ਨੇ ਆਰਮਡ ਫੋਰਸਿਸ ਦੇ ਜੋ ਪ੍ਰੈਜ਼ੀਡੈਂਟ ਕੋਲ ਹੁੰਦੇ ਆ ਉਹ ਗਵਰਨਰ ਕੋਲ ਨਹੀਂ ਹੁੰਦੇ. The governor's power to make ordinances as given under Article 213 is similar to ordinance making power of the president and have the force of an act of the state legislature. He can make ordinance only when the state legislature or either of the two houses where it is bicameral is not in session. ਜਦੋਂ ਸੈਸ਼ਨ ਬੁਲਾਇਆ ਨਹੀਂ ਜਾ ਸਕਦਾ ਤੇ ਉਦੋਂ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਆਰਡੀਨੈਂਸ ਜਿਹੜਾ ਹੈ ਗਵਰਨਰ ਪਾਸ ਕਰ ਸਕਦਾ. ਹੀ ਮਸਟ ਬੀ ਸੈਟਿਸਫਾਈਡ ਦੈਟ ਸਰਕਮਸਟਾਂਸਿਸ ਐਗਜ਼ਿਸਟ ਵਿਚ ਰੈਂਡਰ ਇਟ ਨੈਸੈਸਰੀ to take immediate action. While exercising this power, the governor must act with the aid and advice of council of ministers. So governor ਕਦੀ ਵੀ ਆਪਣੇ ਆਪ ਦੇ ਵਿੱਚ signatory authority ਤਾਂ ਹੈ ਬਟ ਉਹ ਆਪਣੇ ਆਪ ਵਿੱਚ ਇਕੱਲੇ ਨਹੀਂ ਚੱਲਦਾ ਹੈ, ਉਹ aid and advice of council of ministers ਨੂੰ ਰਾਏ ਲੈ ਕੇ ਹੀ ਚੱਲੇਗਾ. ਇਨਫੈਕਟ ਉਹਨਾਂ ਦੇ ਇਸ਼ਾਰੇ ਤੇ ਹੀ ਉਹਨੇ ਆਪਣੇ ਜਿਹੜੇ ਨੇ ਪਾਵਰਸ ਐਕਸਰਸਾਈਜ਼ ਕਰਨੇ. ਬਟ ਇਨ ਫੋਲੋਇੰਗ ਕੇਸਿਸ the governor cannot promulgate any ordinance without instructions from the president. ਹੁਣ ਕੁਝ ਐਕਸੈਪਸ਼ਨਲ ਸਰਕਮਸਟਾਂਸਿਸ ਵੀ ਨੇ ਜਿਹਦੇ ਵਿੱਚ ਕਿ ਗਵਰਨਰ ਜੋ ਹੈ ਕੋਈ ਵੀ ਆਰਡੀਨੈਂਸ ਪਾਸ ਨਹੀਂ ਕਰ ਸਕਦਾ ਜਦ ਤੱਕ ਕਿ ਉਹਨੂੰ ਪ੍ਰੈਜ਼ੀਡੈਂਟ ਵੱਲੋਂ ਕੋਈ ਇੰਸਟਰਕਸ਼ਨਸ ਨਾ ਹੋਣ. ਫॉर ਐਗਜ਼ਾਮਪਲ ਇਫ ਬਿੱਲ ਕੰਟੇਨਿੰਗ ਦ ਸੇਮ ਪ੍ਰੋਵੀਜ਼ਨਸ would under this constitution have required the previous sanction of the president. ਅਗਰ ਕੋਈ ਬਿੱਲ ਇਸ ਤਰ੍ਹਾਂ ਦਾ ਹੈ ਜਿਹਦੇ ਵਿੱਚ ਪਹਿਲੇ ਕਿਹਾ ਗਿਆ ਹੈ ਕਿ ਉਹਨੇ ਪ੍ਰੀਵੀਅਸ ਸੈਂਕਸ਼ਨ ਚਾਹੀਦੀ ਹੈ ਪ੍ਰੈਜ਼ੀਡੈਂਟ ਦੀ, ਪਹਿਲਾਂ ਹੀ ਮੈਂਸ਼ਨਡ ਹੈ ਉਸ ਪ੍ਰੋਵੀਜ਼ਨਸ ਦਿੱਤੀਆਂ ਹੋਈਆਂ, ਫਿਰ ਪ੍ਰੈਜ਼ੀਡੈਂਟ ਦਾ ਜਿਹੜਾ ਹੈ ਪ੍ਰੋਵੀਜ਼ਨ ਲੈਣੀ ਪਏਗੀ, ਉਹਦੀ ਸੈਂਕਸ਼ਨਸ ਲੈਣੀਆਂ ਪੈਣਗੀਆਂ. he would have deemed it necessary to reserve a bill containing the same provisions for the consideration of the president. he would have deemed it necessary to reserve a bill containing the same provisions for the consideration of the president. ਉਹਨੂੰ ਨੈਸੈਸਰੀ ਲੱਗ ਰਿਹਾ, ਸਰਕਮਸਟਾਂਸਿਸ ਜਿਹੜੇ ਨੇ ਉਹਨੂੰ ਇਹ ਜ਼ਰੂਰੀ ਬਣਾ ਰਹੇ ਨੇ ਕਿ ਉਹ ਬਿੱਲ ਨੂੰ ਰਿਜ਼ਰਵ ਕਰਕੇ ਰੱਖੇ ਔਰ ਪ੍ਰੈਜ਼ੀਡੈਂਟ ਜਿਹੜੀ ਹੈ ਪ੍ਰੈਜ਼ੀਡੈਂਟ ਕੋਲੋਂ ਦੀ ਜਿਹੜੀ ਸਹਿਮਤੀ ਜੋ ਹੈ ਕੰਸੈਂਟ ਉਹ ਜ਼ਰੂਰ ਲਵੇ ਅਗਰ ਉਹਨੂੰ ਲੱਗ ਰਿਹਾ ਹੈ. An act of the state legislature containing the same provisions would under this constitution have been invalid unless having been reserved for the consideration of the president, it had received the assent of the president. The ordinance must be laid before the state legislature when it reassembles and shall automatically cease to have effect at the expiration of 6 weeks from the date of reassembly unless disapproved earlier by that legislature. ਹੁਣ ਇਹ 'ਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਇੱਕ ਐਕਟ ਹੈ ਸਟੇਟ ਲੈਜਿਸਲੇਚਰ ਦਾ ਜਿਹਦੇ 'ਚ ਵੀ ਉਹਨਾਂ ਨੇ ਕਿਹਾ ਹੈ ਕਿ ਬਈ ਕੁਝ ਪ੍ਰੋਵੀਜ਼ਨਸ ਬਣਾਈਆਂ ਨੇ ਔਰ ਉਹਦੇ ਉੱਪਰ ਗੱਲ ਕੀਤੀ ਗਈ ਹੈ ਕਿ ਉਹਨੂੰ ਅਸੀਂ ਇਨਵੈਲਿਡ ਕਰਾਰ ਦਿਆਂਗੇ ਕਿ ਜੇ ਅਸੀਂ ਪਹਿਲੇ ਉਹਦੇ ਉੱਪਰ ਰਿਜ਼ਰਵੇਸ਼ਨ ਰੱਖੀ ਸੀ ਕਿ ਬਈ ਉਹ 'ਚ ਕੰਸੀਡਰੇਸ਼ਨ ਚਾਹੀਦੀ ਹੈ ਅਤੇ ਉਹਦੇ ਵਿੱਚ ਰਿਜ਼ਰਵੇਸ਼ਨ ਅਸੀਂ ਕੰਸੀਡਰੇਸ਼ਨ ਹਜੇ ਨਹੀਂ ਲਈ ਜਾਂ ਅਸੀਂ ਲੈ ਲਈ ਹੈ ਲੇਕਿਨ ਉਹਨੂੰ ਅਸੀਂ ਲੈਜਿਸਲੇਚਰ ਦੇ ਸਾਹਮਣੇ ਰੱਖਣਾ ਹੈ ਅਤੇ ਫਿਰ ਜਦੋਂ ਰੀਅਸੈਂਬਲੀ ਹੋਏਗੀ ਔਰ ਅਗਰ ਲੈਜਿਸਲੇਚਰ ਨੂੰ ਡਿਸਅਪਰੂਵ ਕਰ ਦਿੰਦਾ, ਪਹਿਲੇ ਵੀ ਜਿਹਨੂੰ ਡਿਸਅਪਰੂਵ ਕੀਤਾ ਸੀ ਤਾਂ ਫਿਰ ਬਾਅਦ ਵਿੱਚ ਜਦੋਂ ਰੀਅਸੈਂਬਲੀ ਹੋਏਗੀ ਅਤੇ 6 ਵੀਕਸ ਆਫਟਰ ਰੀਅਸੈਂਬਲੀ ਉਹ ਫਿਰ ਅਗਰ ਆਰਡੀਨੈਂਸ ਕੋਈ ਪਾਸ ਇਸ ਤਰ੍ਹਾਂ ਦਾ ਉਹਨਾਂ ਨੇ ਕਰਨ ਦੀ ਗੱਲ ਕੀਤੀ ਵੀ ਹੈ ਅਤੇ ਉਹ ਫਿਰ ਐਕਸਪਾਇਰ ਹੋ ਜਾਏਗਾ, ਉਹ ਇਨਵੈਲਿਡ ਸਟੈਂਡ ਕਰੇਗਾ.
मतलब अगर तो तुसी एक्सैप्शनस कोई रह के चल रहे हो कि बई असी ਉਹਦੇ ਵਿੱਚ ਪ੍ਰੈਜ਼ੀਡੈਂਟ ਦੀ ਕੰਸੀਡਰੇਸ਼ਨ ਲੈ ਲਈ ਹੈ ਔਰ ਪ੍ਰੈਜ਼ੀਡੈਂਟ ਦੀ ਕੰਸੈਂਟ ਮਿਲ ਗਈ ਹੈ ਫਿਰ ਤਾਂ ਠੀਕ ਹੈ। ਬਟ ਅਗਰ ਪਹਿਲਾ ਕੇਸ ਚੱਲ ਰਿਹਾ ਹੈ ਕਿ ਮਤਲਬ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਬਈ ਅਸੀਂ ਉਹਨੂੰ ਸਟੇਟ ਲੈਜਿਸਲੇਚਰ ਤੋਂ ਪਾਸ ਕਰਵਾਉਣਾ ਹੈ ਤਾਂ ਫਿਰ ਸਟੇਟ ਲੈਜਿਸਲੇਚਰ ਅਗਰ ਰੀਅਸੈਂਬਲ ਹੋਣ ਦੀ ਵੇਟ ਕੀਤੀ ਜਾਏਗੀ। ਅਗਰ ਸਟੇਟ ਲੈਜਿਸਲੇਚਰ ਵੱਲੋਂ ਪਹਿਲਾਂ ਹੀ ਉਹ ਡਿਸਅਪਰੂਵ ਹੈ ਤਾਂ ਫਿਰ ਅਗਰ ਤੁਸੀਂ ਉਸੇ ਮਤਲਬ ਕਿ ਰੀਅਸੈਂਬਲੀ ਨਹੀਂ ਹੋ ਪਾ ਰਹੀ ਤਾਂ ਫਿਰ ਤੁਸੀਂ ਉਹਨੂੰ ਲਟਕਾ ਕੇ ਇਹੀ ਹੈ ਕਿ 6 ਵੀਕਸ ਜਦੋਂ ਰੀਅਸੈਂਬਲ ਹੋ ਜਾਊਗਾ ਲੈਜਿਸਲੇਚਰ ਅਤੇ ਇਮੀਡੀਏਟਲੀ ਆਫਟਰ ਦੀ ਰੀਅਸੈਂਬਲੀ 6 ਵੀਕਸ ਦੇ ਵਿਦਿਨ ਉਹ ਅਸੀਂ ਉਹਨੂੰ ਨਾਲ ਦੀ ਨਾਲ ਹੀ ਐਕਸਪਾਇਰ ਮੰਨਾਂਗੇ। ਠੀਕ ਹੈ, ਉਹਦੇ ਉੱਪਰ ਤੁਸੀਂ ਕੋਈ ਵੀ ਐਕਸ਼ਨ ਨਹੀਂ ਲੈ ਸਕਦੇ। ਨੈਕਸਟ ਕਮ ਓਵਰ ਦ ਜੁਡੀਸ਼ਰੀ। ਦ ਸੁਪਰੀਮ ਕੋਰਟ। ਹੁਣ ਜੁਡੀਸ਼ਰੀ ਵਿੱਚ 3 ਤਰ੍ਹਾਂ ਦੇ ਤੁਹਾਡੇ ਕੋਲ ਆ ਰਹੇ ਨੇ, 3 ਟਾਇਰ ਸਿਸਟਮ ਹੈ। ਸੋ ਸੁਪਰੀਮ ਕੋਰਟ ਹੈ, ਹਾਈ ਕੋਰਟ ਹੈ ਅਤੇ ਸਬੋਰਡੀਨੇਟ ਕੋਰਟਸ ਹੈ। The Supreme Court. The courts in the Indian legal system, broadly speaking, consist of the Supreme Court, the High Courts and the subordinate courts. The Supreme Court, which is the highest court in the country, both for matters of ordinary law and for interpreting the Constitution, is an institution created by the Constitution. Immediately before independence, the Privy Council was the highest appellate authority for British India. ਸੋ ਇਹ ਵੀ ਇੱਕ MCQ ਬਣ ਜਾਂਦਾ ਹੈ ਕਿ ਸੁਪਰੀਮ ਕੋਰਟ ਦੀ ਹੋਣ ਤੋਂ ਪਹਿਲਾਂ, ਇੰਡੀਪੈਂਡੈਂਸ ਤੋਂ ਪਹਿਲਾਂ ਕੀ ਸਾਡੇ ਕੋਲ ਅਥਾਰਟੀ ਦੇ ਨਾਮ 'ਤੇ ਸੀਗਾ ਦ ਪ੍ਰਿਵੀ ਕਾਉਂਸਲ, ਹਾਈਐਸਟ ਐਪੀਲੇਟ ਅਥਾਰਟੀ ਫॉर द ਬ੍ਰਿਟਿਸ਼ ਇੰਡੀਆ ਫॉर ਮੈਟਰਸ ਅਰਾਈਜ਼ਿੰਗ ਅੰਡਰ ਆਰਡੀਨਰੀ ਲਾਅ। ਬਟ appeals from high courts in constitutional matters lay to the federal court। ਹੁਣ ਜਿਹੜੀਆਂ ਅਪੀਲਸ ਨੇ ਜਿਹੜੀਆਂ ਹਾਈ ਕੋਰਟ ਵੱਲੋਂ ਆਉਂਦੀਆਂ ਕੌਨਸਟੀਟਿਊਸ਼ਨ ਨਾਲ ਸੰਬੰਧਿਤ ਮੈਟਰਸ ਵਿੱਚ, ਉਹ ਫੈਡਰਲ ਕੋਰਟ ਦੇ ਅੰਡਰ ਜਿਹੜੀਆਂ ਨੇ ਦਿੱਤੀਆਂ ਜਾਂਦੀਆਂ ਨੇ। ਮਤਲਬ ਇੰਗਲਿਸ਼ ਲਾਅ ਦੇ ਅੰਡਰ ਉਹਨੂੰ ਫੈਡਰਲ ਕੋਰਟ ਕਹਿੰਦੇ ਹੈ। ਕ੍ਰੀਏਟਿਡ ਅੰਡਰ ਦੀ ਗਵਰਨਮੈਂਟ ਆਫ ਇੰਡੀਆ ਐਕਟ 1935 ਐਂਡ ਹੈਂਸ ਟੂ ਦੀ ਪ੍ਰਿਵੀ ਕਾਉਂਸਲ। ਸੋ ਫੈਡਰਲ ਕੋਰਟ ਤੋਂ ਹੁੰਦੀਆਂ ਹੋਈਆਂ ਉਹ ਫਿਰ ਪ੍ਰਿਵੀ ਕਾਉਂਸਲ ਵੱਲ, ਮਤਲਬ ਜਿਵੇਂ ਹਾਇਰ ਕੋਰਟ ਤੋਂ ਮੂਵ ਕਰਕੇ ਤੁਸੀਂ ਜਾਂਦੇ ਹੋ ਸੁਪਰੀਮ ਕੋਰਟ ਵੱਲ। The Supreme Court of India in this sense has inherited the jurisdiction of both the Privy Council and the Federal Court. However, the jurisdiction of the Supreme Court under the present Constitution is much more extensive than that of 2 predecessors mentioned above. मतलब कि jurisdiction जो दा scope है, जो दा area of ਉਹਦਾ ਵਰਕਿੰਗ ਹੈ ਸੁਪਰੀਮ ਕੋਰਟ ਜਿਹੜਾ ਦਾਇਰਾ ਹੈ ਉਹ ਕਾਫੀ ਜ਼ਿਆਦਾ ਐਕਸਟੈਂਸਿਵ ਹੈ। ਮਤਲਬ ਸਬੋਰਡੀਨੇਟ ਕੋਰਟਸ ਤੋਂ ਜ਼ਿਆਦਾ ਹੈਗਾ ਹਾਈ ਕੋਰਟ ਕੋਲ, ਅਤੇ ਹਾਈ ਕੋਰਟ ਤੋਂ ਵੀ ਜ਼ਿਆਦਾ ਸੁਪਰੀਮ ਕੋਰਟ ਕੋਲ। ਦ ਸੁਪਰੀਮ ਕੋਰਟ ਐਂਟਰਟੇਨਸ ਅਪੀਲਸ ਇਨ ਸਿਵਲ ਐਂਡ ਕ੍ਰਿਮੀਨਲ ਐਂਡ ਅਦਰ ਕੇਸਿਸ ਫਰੋਮ ਹਾਈ ਕੋਰਟਸ ਐਂਡ ਸਰਟਨ ਟ੍ਰਿਬਿਊਨਲਸ। ਉਹਨਾਂ ਕੋਲੋਂ ਵੀ ਰੈਫਰ ਕੀਤੇ ਹੋਏ ਕੇਸਿਸ ਉਹ ਲੈ ਸਕਦੇ ਨੇ। ਇਟ ਹੈਜ਼ ਆਲਸੋ ਰਿਟ ਜੂਰਿਸਡਿਕਸ਼ਨ ਫॉर ਐਨਫੋਰਸਿੰਗ ਫੰਡਾਮੈਂਟਲ ਰਾਈਟਸ। ਸੋ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼ ਜੋ ਹੈ ਉਹਦੇ ਵਿੱਚ ਵੀ ਅਸੀਂ ਇਹਨੂੰ ਪੜ੍ਹਦੇ ਹਾਂ। ਸੋ ਇਹ ਰਿਟਸ ਜਿਹੜੀਆਂ ਨੇ ਉਹ ਸੁਪਰੀਮ ਕੋਰਟ ਵੱਲੋਂ ਲਵਾਈਆਂ ਜਾ ਸਕਦੀਆਂ ਨੇ ਤਾਂ ਕਿ ਫੰਡਾਮੈਂਟਲ ਰਾਈਟਸ ਦੀ ਸੇਫ ਗਾਰਡਿੰਗ ਕੀਤੀ ਜਾ ਸਕੇ। ਇਟ ਕੈਨ ਐਡਵਾਈਜ਼ ਦੀ president on a reference made by the president on questions of fact and law। so supreme court advise ਵੀ ਕਰ ਸਕਦਾ president ਨੂੰ ਅਗਰ ਕੋਈ ਵੀ reference ਆਉਂਦੀ president ਦੀ ਤਰਫ ਤੋਂ ਕੋਈ ਕਾਨੂੰਨੀ ਤੌਰ 'ਤੇ ਪੁੱਛਿਆ ਜਾਂਦਾ। it has variety of other special jurisdictions। so supreme court ਦੀ ਗੱਲ ਹੈ। next is we have high courts। high courts that function under the constitution were not created for the first time by the constitution। some high courts existed before the constitution, although some new high courts have been created after 1950। ਸੋ ਹਾਈ ਕੋਰਟਸ ਦੀ ਹੋਂਦ ਜਿਹੜੀ ਹੈ ਉਹ ਇਟਸ ਨੋਟ ਦੈਟ ਕਿ ਵੀ ਉਹ ਪਹਿਲੀ ਵਾਰੀ ਬਣੇ ਨੇ, ਕੌਨਸਟੀਟਿਊਸ਼ਨ ਦੇ ਬਣਨ ਤੋਂ ਬਾਅਦ ਬਣੇ ਨੇ। ਕੌਨਸਟੀਟਿਊਸ਼ਨ ਦੇ ਬਣਨ ਤੋਂ ਪਹਿਲਾਂ ਦੇ ਵੀ ਉਹ ਹਾਈ ਕੋਰਟ ਜਿਹੜੇ ਸੀ ਐਗਜ਼ਿਸਟ ਕਰ ਰਹੇ ਸੀਗੇ। ਦ ਹਾਈ ਕੋਰਟਸ ਇਨ ਬ੍ਰਿਟਿਸ਼ ਇੰਡੀਆ ਵਰ ਐਸਟੈਬਲਿਸ਼ ਫਸਟ ਅੰਡਰ ਦ ਇੰਡੀਅਨ ਹਾਈ ਕੋਰਟ 1861। ਇਹਦੇ 'ਚ ਹੁਣ ਤੁਸੀਂ ਦੇਖੋ ਇਹ ਇੱਕ ਹਿਸਟੋਰੀਕਲ ਫੈਕਟ ਆ ਗਿਆ। ਹਾਈ ਕੋਰਟਸ ਇਨ ਬ੍ਰਿਟਿਸ਼ ਇੰਡੀਆ ਵਰ ਐਸਟੈਬਲਿਸ਼ ਫਸਟ ਅੰਡਰ ਦ ਇੰਡੀਅਨ ਹਾਈ ਕੋਰਟ ਐਕਟ 1861 ਐਨ ਐਕਟ ਆਫ ਦੀ ਪਾਰਲੀਮੈਂਟ। ਹੁਣ ਪਿੱਛੇ ਅਸੀਂ ਸੁਪਰੀਮ ਕੋਰਟ ਦੇ ਵਾਸਤੇ ਜਿਹੜਾ ਅਸੀਂ ਐਕਟ ਕੀਤਾ ਉਹ ਸੀਗਾ ਸਾਡੇ ਕੋਲ ਦੀ ਗਵਰਨਮੈਂਟ ਆਫ ਇੰਡੀਆ ਐਕਟ 1935। ਸੋ ਇਹ ਐਕਟਸ ਜਿਹੜੇ ਨੇ ਇਹ ਵੀ ਇੰਪੋਰਟੈਂਟ ਹੈ, ਇਹ ਤੁਸੀਂ ਲਰਨ ਕਰਨੇ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਫੈਡਰਲ ਕੋਰਟ ਜਿਹੜਾ ਹੈ ਉਹ ਕਿਹੜੇ ਐਕਟ ਦੇ ਅੰਡਰ ਹੈ ਅਤੇ ਜਿਹੜਾ ਹਾਈ ਕੋਰਟ ਹੈ ਉਹ ਕਿਹੜੇ ਐਕਟ ਦੇ ਅੰਦਰ ਬਣਾਏ ਗਏ ਨੇ। ਸੋ ਇੰਡੀਅਨ ਹਾਈ ਕੋਰਟਸ ਐਕਟ 1861 an act of the UK Parliament. The remaining high courts were established or continued under the constitution or under special acts. High courts for each state or group of states have appellate, civil and criminal jurisdiction over lower courts.
High courts have writ jurisdiction to enforce fundamental rights and for certain other purposes. So वही गल जो सुप्रीम कोर्ट पूरी कंट्री ਲਈ ਕਰ ਸਕਦਾ वही हाई कोर्ट स्टेट ਲਈ ਕਰ ਸਕਦਾ ਉਹੀ ਤਰ੍ਹਾਂ ਦੀ jurisdiction ਇਹਨਾਂ ਕੋਲ ਹੈਗੀ ਹੈ ਇਨਫੈਕਟ ਇਨਫੋਰਸਿੰਗ ਕਰਵਾਉਣ ਵਾਸਤੇ ਫੰਡਾਮੈਂਟਲ ਰਾਈਟਸ ਨੂੰ ਇਨਫੋਰਸ ਕਰਾਉਣ ਲਈ ਵੀ it should be added that the writ jurisdiction vested at present in all high courts by the constitution was before the constitution came into force vested only in the high courts of Bombay, Calcutta and Madras. ਇਹ ਬਹੁਤ ਇੰਪੋਰਟੈਂਟ MCQ ਹੈ ਤੁਹਾਡੇ ਵਾਸਤੇ ਕਿ ਰਿਟ ਜੁਰਿਸਡਿਕਸ਼ਨ ਜੋ ਕਿ ਇਸ ਟਾਈਮ ਤੇ ਸਾਰੇ ਹਾਈ ਕੋਰਟਸ ਪ੍ਰੈਕਟਿਸ ਕਰਦੇ ਨੇ ਉਹਨਾਂ ਕੋਲ ਕੋਈ ਵੀ ਜਾ ਸਕਦਾ ਹੈ ਆਪਣੀ ਰਿਟ ਨੂੰ ਲਾਗੂ ਕਰਾਉਣ ਲਈ ਸੋ ਦੈਟ ਕਿ ਫੰਡਾਮੈਂਟਲ ਰਾਈਟਸ ਜਿਹੜੇ ਨੇ ਉਹਨਾਂ ਨੂੰ ਸੇਫਗਾਰਡ ਕੀਤਾ ਜਾ ਸਕੇ ਤਾਂ ਕੌਨਸਟੀਟਿਊਸ਼ਨ ਦੇ ਹੋਣ ਚਾਹਣ ਤੋਂ ਪਹਿਲਾਂ ਇਹ ਜਿਹੜਾ ਇਹ ਰਿਟ ਜੁਰਿਸਡਿਕਸ਼ਨ ਦਾ ਜਿਹੜਾ ਸੀਗਾ ਏਰੀਆ ਇਹ ਸਿਰਫ 3 ਹਾਈ ਕੋਰਟਸ ਦੇ ਕੋਲ ਮੌਜੂਦ ਸੀਗਾ ਦੈਟ ਵਾਜ਼ ਹਾਈ ਕੋਰਟ ਬੰਬੇ ਹੁਣ ਮੁੰਬਈ ਕੈਲਕਟਾ ਕੋਲਕਾਤਾ ਐਂਡ ਮੈਡਰਾਸ ਜਿਹਨੂੰ ਅਸੀਂ ਚੇਨਈ ਕਹਿੰਦੇ ਹਾਂ that is the 3 presidency towns. So next we come over to subordinate courts. Finally, there are various subordinate civil and criminal courts, original and appellate, functioning under ordinary law. Although their nomenclature and powers have undergone change from time to time, the basic pattern remains the same. These have been created not under the constitution but under laws of competent legislature. So ਇਹ ਕਿਸੇ ਵੀ ਤਰ੍ਹਾਂ ਨਾਲ constitutional act ਦੇ ਅੰਡਰ ਨਹੀਂ ਬਣੇ ਹੈ ਇਹ ਗੱਲ 'ਚ ਧਿਆਨ ਦੇਣ ਵਾਲੀ ਹੈ they are not created under any constitution important but under laws of the competent legislature. So civil courts are created mostly under the civil courts act of each state. So हर state ਦਾ अपना एक civil courts act ਹੁੰਦਾ ਹੈ ਉਹਦੇ ਅਧੀਨ subordinate courts ਬਣਾਏ ਜਾਂਦੇ ਹੈ criminal courts are created mainly under the code of criminal procedure. So this is another kind of like MCQ ਬਣ ਜਾਂਦਾ ਆਰਾਮ ਨਾਲ ਕਿ ਜਿਹੜੇ subordinate courts ਨੇ ਉਹਨਾਂ ਵਾਸਤੇ ਅਸੀਂ ਕੀ ਲੈ ਕੇ ਚੱਲਦੇ ਹਾਂ ਉਹਨਾਂ ਵਾਸਤੇ ਅਲੱਗ ਤਰ੍ਹਾਂ ਦਾ ਸਿਵਲ ਕੋਰਟਸ ਐਕਟ ਹੁੰਦਾ ਜੋ ਕਿ ਹਰ ਸਟੇਟ ਦਾ ਆਪਣਾ ਅਲੱਗ ਹੁੰਦਾ ਅਤੇ ਜਿਹੜੇ ਕ੍ਰਿਮੀਨਲ ਕੋਰਟਸ ਹੈ ਉਹਨਾਂ ਵਾਸਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਇਹ ਹੁੰਦਾ ਨੈਕਸਟ ਇਜ਼ ਵੀ ਹੈਵ ਸਿਵਲ ਕੋਰਟਸ ਹੁਣ ਸਿਵਲ ਕੋਰਟਸ ਵਿੱਚ ਕੀ ਹੈ in each district there is a district court presided over by the district judge with a number of additional district judges attached to the court. Below that court are courts of judges sometimes called subordinate judges and in some states munsifs. These courts are created under state laws. So ਜਿੰਨੇ ਵੀ state laws ਬਣਦੇ ਨੇ ਉਹ states ਦੀਆਂ ਅੱਗੇ districts ਹੁੰਦੀਆਂ ਨੇ ਹਰ district ਦੇ ਵਿੱਚ ਇੱਕ district court ਹੋਏਗਾ ਜਿਹਨੂੰ ਕਿ preside ਕਰੇਗਾ district judge ਔਰ ਉਹਦੇ ਨਾਲ ਐਡੀਸ਼ਨਲ ਜਿਹੜੇ ਨੇ ਡਿਸਟ੍ਰਿਕਟ ਜੱਜਿਸ ਜਿਹੜੇ ਨੇ ਉਹ ਅਟੈਚ ਹੋਣਗੇ ਡਿਸਟ੍ਰਿਕਟ ਜੱਜਿਸ ਹੋਣਗੇ ਬਟ ਇਹ ਐਡੀਸ਼ਨਲ ਹੋਣਗੇ ਅਤੇ ਉਸ ਤੋਂ ਬਾਅਦ ਹੈ ਬਿਲੋ ਦੈਟ ਕੋਰਟ ਆਰ ਕੋਰਟਸ ਆਫ ਜੱਜਿਸ ਹੁਣ ਡਿਸਟ੍ਰਿਕਟ ਕੋਰਟ ਦੇ ਨੀਚੇ ਜਿਹੜੇ ਨੇ ਉਹ ਸਾਡੇ ਕੋਲ ਹੁੰਦੇ ਨੇ ਕੋਰਟਸ ਆਫ ਜੱਜਿਸ ਸੋ ਇਸ ਤਰ੍ਹਾਂ ਹਿਆਰਕੀ ਬਣਦੀ ਹੈ ਇਹਨੂੰ ਅਸੀਂ ਸਬੋਰਡੀਨੇਟ ਕੋਰਟਸ ਵੀ ਕਹਿ ਦਿੰਦੇ ਹਾਂ subordinate courts ਜਾਂ subordinate judges ਵੀ ਕਹਿ ਦਿੰਦੇ ਹਾਂ ਸੋ ਐਂਡ ਇਨ ਸਮ ਸਟੇਟਸ ਮੁਨਸਿਫਸ ਔਰ ਇਹਨਾਂ ਨੂੰ ਹੀ ਅਸੀਂ ਅੱਗੇ ਮੁਨਸਿਫਸ ਵੀ ਕਹਿ ਦਿੰਦੇ ਹਾਂ ਸੋ ਵੀ ਕਾਲ ਮੁਨਸਿਫਸ also important term. These courts are created under state laws. Then we have is criminal courts. Criminal courts in India primarily consist of the magistrate and the courts of session. So ਇਹਦੇ ਵਿੱਚ ਇੱਕ magistrate ਹੋਏਗਾ and courts of session. Magistrates themselves have been divided by the code of criminal procedure into judicial and executive magistrates. ਅਸੀਂ ਹੁਣੇ ਪਿੱਛੇ ਪੜ੍ਹਿਆ ਸੀਗਾ ਕਿ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਜਿਹੜਾ ਉਹ ਇਹਨਾਂ ਵਾਸਤੇ ਇੱਕ ਗਾਈਡਿੰਗ ਹੈਗਾ ਵਾ ਬੇਸ ਜਿਹਦੇ ਅੰਤਰਗਤ ਅਸੀਂ ਕ੍ਰਿਮੀਨਲ ਕੋਡਸ ਬਣਾਉਂਦੇ ਹਾਂ ਅਤੇ ਇਹਦੇ ਕਰਕੇ ਫਿਰ ਉਹਦੇ 'ਚ ਉਹਨਾਂ ਨੇ ਇਹ ਵੀ ਅੱਗੋਂ ਡਿਵਾਈਡ ਕਰਤਾ ਫਰਦਰ ਕ੍ਰਿਮੀਨਲ ਕੋਡਸ ਜਿਹੜੇ ਨੇ ਉਹਨਾਂ ਨੂੰ ਅਸੀਂ ਫਰਦਰ ਜੁਡੀਸ਼ੀਅਲ ਅਤੇ ਐਗਜ਼ੈਕਟਿਵ ਮੈਜਿਸਟਰੇਟ ਜਿਹੜੇ ਨੇ ਉਹਨਾਂ ਵਿੱਚ ਅਸੀਂ ਫਰਦਰ ਡਿਵਾਈਡ ਕਰ ਦੇਣਾ ਠੀਕ ਹੈ ਜੀ ਹੁਣ ਇਹ ਮੈਜਿਸਟਰੇਟ ਹੁਣ ਕੀ ਕਰਦੇ ਨੇ ਇਹਨਾਂ ਦੇ ਕੰਮ ਦੇ ਵਿੱਚ ਵਿਤਕਰਾ ਹੋਏਗਾ ਅਲੱਗ-ਅਲੱਗ ਸਕੋਪ ਹੋਏਗਾ ਕਿ ਇਹ ਕੰਮ ਕੁਛ ਉਹ ਕਰਨਗੇ ਕੁਛ ਕੰਮ ਦੂਸਰੇ ਲੋਕ ਕਰਨਗੇ ਐਗਜ਼ੈਕਟਿਵ ਮੈਜਿਸਟਰੇਟ ਜਿਹੜਾ ਹੈਗਾ ਹੈ ਇਹ ਵਾਲਾ do not try criminal prosecutions and the jurisdiction is confined to certain miscellaneous cases which are of importance for public tranquility and the like. मतलब ਇਹਨਾਂ ਕੋਲ criminal prosecutions ਵਾਲੇ ਕੇਸ ਨਹੀਂ ਆਉਂਦੇ judicial magistrate ਕੋਲ ਆਉਂਦੇ ਹੈ their proceedings do not end in conviction or acquittal but in certain other types of restrictive orders. So ਕਿਸੇ ਨੂੰ ਜੇਲ੍ਹ ਭੇਜਣ ਵਿੱਚ ਜਾਂ ਕੋਈ ਇਸ ਤਰ੍ਹਾਂ ਦੀ ਸਜ਼ਾ ਦੇਣ ਦੇ ਵਾਸਤੇ ਨਹੀਂ ਹੁੰਦਾ ਇਹਨਾਂ ਦੇ ਤਾਂ ਕੋਈ ਜਿਸ ਤਰ੍ਹਾਂ ਦੀ ਕੋਈ ਮਨਾਹੀ ਹੈ ਕੋਈ ਜੁਰਮਾਨਾ ਹੈ ਇਸ ਤਰ੍ਹਾਂ ਕਰਕੇ in some states by local amendments executive magistrates have been vested with powers to try certain offences.
Next we have is judicial magistrate. Judicial magistrates are of two classes, second class and first class. ਜੁਡੀਸ਼ੀਅਲ ਮੈਜਿਸਟ੍ਰੇਟ ਵੀ ਅੱਗੇ ਫਰਦਰ ਜਿਹੜੇ ਨੇ ਉਹਨਾਂ ਦੇ ਅਲੱਗ-ਅਲੱਗ ਹੁੰਦੇ ਨੇ ਕਿ ਇੱਕ ਸੈਕੰਡ ਕਲਾਸ ਹੋ ਗਿਆ, ਇੱਕ ਫਰਸਟ ਕਲਾਸ ਹੋ ਗਿਆ। ਇਹ 'ਚ ਜੁਡੀਸ਼ੀਅਲ ਮੈਜਿਸਟ੍ਰੇਟਸ ਆਰ ਸਬਜੈਕਟ ਟੂ ਦ ਕੰਟਰੋਲ ਆਫ ਦੀ ਕੋਰਟ ਆਫ ਸੈਸ਼ਨ ਵਿਚ ਆਲਸੋ ਇਨ ਇਟਸੈਲਫ a court of original jurisdiction. The powers of magistrates of two classes vary according to their grade. The court of session can try all offences and has power to award any sentence prescribed by law for the offence, but its sentence of death requires confirmation by the high court. So बाकी सब offences आ जो एक पासे, लेकिन जो death sentence नाल related है उस confirmation जिहड़ी है वो high court तो लेनी पएगी जे किसी नूं देनी है तां। सो बाकी है कि वो हर तरह के ऑफेंसिस के उत्ते अपना जोड़ा है ट्रायल चला सकते हैं और हर तरह का सेंटेंस भी जो है पनिशमेंट वो दे सकते हैं। नैक्सट इज़ वी हैव स्पैशल ट्रिब्यूनल्स बिसाइड्स दीज कोर्ट्स विच फॉर्म पार्ट ऑफ द जनरल जुडिशियल सेटअप देयर आर स्पेशलाइज्ड ट्रिब्यूनल्स डीलिंग विद डायरेक्ट टैक्सेस, लेबर, कस्टम्स, claims for accidents caused by motor vehicles, copyrights and environment, anti-competitive agreement। सो ये सारे जिहड़े ने ये बड़े बाकी दी चीज़ां ने अदर एरियाज़ कोई टैक्स नाल रिलेटेड किसी तरह की कोई प्रॉब्लम हैगी है जिथे किसी ने कोई वायलेट की कोई प्रोविजन या कोई क्लेम्स ने कोई इंश्योरेंस दे या व्हीकल्स दे या कोई इन्वायरमेंट रिलेटेड कोई मुद्दा है तो उहदे उपर डील करन दे वास्ते इन्हां कोल स्पैशल ट्रिब्यूनल्स भी बनाए जाते हैं। सो ये पूरी जिहड़ी है जुडिशियल एक हायरकी है, सुप्रीम कोर्ट तो चल के सुप्रीम कोर्ट तो शुरू हो के नैक्सट जी है नीचे आ जाती है वो स्पैशल ट्रिब्यूनल्स तक चल जाती है। सो बाकी जो इंपॉर्टेंट पार्ट ਇਹਦਾ एक है दैट इज़ रिलेटेड टू द रिट जुरिसडिक्शन ऑफ द सुप्रीम कोर्ट एंड हाई कोर्ट। ये अपने आप एक अलग जिहा टॉपिक है और डिटेल दे विच करना चाहिए। ये जिहड़ा हुण असीं कीता असीं कंसैप्ट पढ़िया है जुडिशरी का और असीं इहदी जिहड़ी है असी यदि फंक्शनिंग के उपर थोड़ा बहुत पढ़िया है कि हर एक की मेन फंक्शनिंग की है। उन्होंने फंक्शनस विचों जो रिट जुरिसडिक्शन की गल आती है तो अपने आप बिल्कुल एक अलग तरह का टॉपिक है, वो असी अपने नैक्सट लैक्चर के तैयार करांगे, इनू डिस्कस करांगे। बड़ा इंपॉर्टेंट टॉपिक है। ये भी जिन्ना असी कीता कि इन्हां दी हायरकी की है, स्ट्रक्चर की है, कॉम्पोजिशन की है, उन्होंने ध्यान नाल देखो। सुप्रीम कोर्ट तो शुरू होकर साडे कोल फिर हाई कोर्ट्स हैगे ने, ठीक है। फिर उस तो बाद असी नैक्सट सबॉर्डिनेट कोर्ट्स से आते हैं, सिविल कोर्ट्स, क्रिमिनल कोर्ट्स, एग्जैक्टिव मैजिस्ट्रेट, जुडिशियल मैजिस्ट्रेट, सो तो फिर स्पैशल ट्रिब्यूनल्स। सो ये सारी हायरकी जी है ये माइंड विच रखनी है और बहुत ही वधिया तरीके दे नाल इहदे जिहड़े एरियाज़ ने वो लर्न करने। सो टिल दैन थैंक यू सो